ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਫ਼ਤਗੂ ਦੇ ਦੂਜੇ ਸੈਸ਼ਨ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਅੱਜ ਸਾਡੇ ਨਾਲ ਸਰਦਾਰ ਦਰਸ਼ਨ ਸਿੰਘ ਜੀ ਮੌਜੂਦ ਹਨ। ਇਹਨਾਂ ਦੇ ਵਿਚਾਰਾਂ ਤੋਂ ਅਤੇ ਇਹਨਾਂ ਦੀ ਸ਼ਖਸੀਅਤ ਤੋਂ ਸ਼ਾਇਦ ਹੀ ਕੋਈ ਹੋਏ ਜਿਹੜਾ ਜਾਣੂ ਨਹੀਂ ਹੋਏਗਾ। ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਲੇਟਫਾਰਮ ਅਸੀਂ ਇਸ ਕਰਕੇ ਸ਼ੁਰੂ ਕੀਤਾ ਸੀ ਕਿ ਜਿਹੜੇ ਯੂਥ ਦੇ ਕੁਐਸਚਨਸ ਨੇ ਉਹਨਾਂ ਦੇ ਆਨਸਰਸ ਅਸੀਂ ਯੂਥ ਤੱਕ ਪਹੁੰਚਾ ਸਕੀਏ। ਤੇ ਅੱਜ ਮੇਰੇ ਕੋਲ ਕੁਝ ਕੁਐਸਚਨਸ ਅਤਿੰਦਰ ਸਿੰਘ ਜੀ ਵੱਲੋਂ ਮਦਨਗਿਰੀ ਤੋਂ ਆਏ ਨੇ, ਜਿਹੜੇ ਕਿ ਮੈਂ ਦਰਸ਼ਨ ਸਿੰਘ ਜੀ ਨੂੰ ਕਹਾਂਗਾ ਕਿ ਉਹਨਾਂ ਦੇ ਵਿਚਾਰ ਸਾਂਝੇ ਕਰਨ। ਅੰਕਲ, ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜਿਹੜਾ ਗੁਰਦੁਆਰਾ ਕਮੇਟੀ ਹੈ ਤੇ ਗੁਰਦੁਆਰੇ ਦੀ ਸੇਵਾ ਹੈ, ਜਿਸ ਤਰ੍ਹਾਂ ਮੈਂ ਇੱਕ ਆਮ ਆਦਮੀ ਹਾਂ ਤੇ ਮੈਨੂੰ ਗੁਰਦੁਆਰੇ ਜਾ ਕੇ ਜੇ ਸੇਵਾ ਕਰਨੀ ਹੈ, ਜੇ ਮੈਂ ਜੋੜਿਆਂ ਦੀ ਸੇਵਾ ਕਰਨੀ ਹੈ ਜਾਂ ਭਾਂਡੇ ਮਾਂਜਣ ਦੀ ਸੇਵਾ ਕਰਨੀ ਹੈ ਜਾਂ ਫਿਰ ਕੋਈ ਵੀ ਹੋਰ ਸੇਵਾ ਕਰਨੀ ਹੈ, ਮੈਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ, ਨਾ ਹੀ ਮੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਹੈ ਕਿ ਮੈਂ ਸੇਵਾ ਕਰਾਂ ਕਿ ਨਹੀਂ ਕਰਾਂ। ਮੈਂ ਜਾ ਕੇ ਸੇਵਾ ਕਰ ਸਕਦਾ। ਜੇ ਇਹਨੂੰ ਅਸੀਂ ਵੱਡੇ ਪੱਧਰ ਤੇ ਦੇਖੀਏ, ਜੇ ਗੁਰਦੁਆਰਾ ਕਮੇਟੀ ਦੀ ਗੱਲ ਕਰੀਏ, ਉਹਨਾਂ ਨੇ ਵੀ ਗੁਰਦੁਆਰਿਆਂ ਦੀ ਸੇਵਾ ਕਰਨੀ ਹੈ, ਗੁਰਦੁਆਰਿਆਂ ਦੀ ਦੇਖ ਰੇਖ ਕਰਨੀ ਹੈ, ਨਾਲੇ ਉਹਦੇ ਅੰਦਰ ਜਿਹੜੇ ਇੰਸਟੀਟਿਊਸ਼ਨਸ ਆਉਂਦੇ ਨੇ ਉਹਨਾਂ ਦੀ ਦੇਖ ਰੇਖ ਕਰਨੀ ਹੈ। ਤੇ ਕਿਉਂ ਸਾਨੂੰ ਉੱਥੇ ਇਲੈਕਸ਼ਨ ਦੀ ਲੋੜ ਪੈ ਗਈ? ਅਸੀਂ ਕਿਉਂ ਨਹੀਂ ਸਿਲੈਕਸ਼ਨ ਤੇ ਚੱਲ ਪਾਏ? ਤੇ ਕਦੋਂ ਸ਼ੁਰੂ ਹੋਇਆ ਇਲੈਕਸ਼ਨ ਦਾ ਸਾਰਾ ਜਿਹੜਾ ਪਰਪਸ ਹੈ? ਮੈਂ ਬੇਨਤੀ ਕਰਾਂਗਾ ਆਪ ਜੀ ਇਸ ਤੇ ਜੁੜੇ ਵਿਚਾਰ ਸਾਂਝੇ ਕਰੋ। ਪਹਿਲੇ ਤਾਂ ਮੈਂ ਤੁਹਾਨੂੰ ਇਹ ਗੱਲ ਸਮਝਾ ਦਿਆਂ ਕਿ ਜਦੋਂ ਆਜ਼ਾਦੀ ਤੋਂ ਬਾਅਦ ਜਦੋਂ ਸ਼੍ਰੋਮਣੀ ਕਮੇਟੀ ਪਹਿਲੇ ਬਣੀ ਸੀਗੀ, ਪਹਿਲੇ ਤੁਹਾਨੂੰ ਪਿਛੋਕੜ ਹੀ ਜਾਣਾ ਪਏਗਾ। ਜਦੋਂ ਮਸੰਦਾਂ ਨੂੰ ਗੁਰੂ ਸਾਹਿਬ ਨੇ ਥਾਪਿਆ ਸੀਗਾ ਤੇ ਉਹਨਾਂ ਨੇ ਉਮੀਦ ਕੀਤੀ ਸੀਗੀ ਕਿ ਇਹ ਸਿਸਟਮਸ ਨੂੰ ਠੀਕ ਕਰਨ। ਜਦੋਂ ਕੋਈ ਵੀ ਸਿਸਟਮ ਬਾਅਦ ਚੋਂ ਖਰਾਬ ਹੋ ਜਾਂਦਾ ਹੈ ਨਾ, ਤੇ ਫਿਰ ਉਸ ਸਿਸਟਮ ਨੂੰ ਚੇਂਜ ਕਰਨਾ ਪੈਂਦਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਜਿਹੜੇ ਮਸੰਦ ਸੀਗੇ ਉਹਨਾਂ ਨੂੰ ਹਟਾਇਆ, ਔਰ ਹਟਾਉਣ ਤੋਂ ਬਾਅਦ ਫਿਰ ਕਰਦੇ ਕਰਾਂਦੇ ਜਿਹੜੀ ਸਿਸਟਮ ਚੱਲਿਆ, ਫਿਰ ਜਿਹੜਾ ਸੀਗਾ ਕਰਦੇ ਇੱਕ ਪੋਜੀਸ਼ਨ ਇਹ ਆ ਗਈ ਕਿ ਉਸ ਤੋਂ ਬਾਅਦ ਫਿਰ ਗੁਰਦੁਆਰਿਆਂ ਦੇ ਵਿੱਚ ਕਰਮ ਕਾਂਡ ਬਣ ਗਏ। ਉਸ ਤੋਂ ਬਾਅਦ ਇੱਕ ਗੁਰਦੁਆਰਾ ਲਹਿਰ ਚੱਲੀ, ਗੁਰਦੁਆਰਾ ਲਹਿਰ ਦੇ ਥਰੂ ਗਿਆਨੀ ਦਿੱਤ ਸਿੰਘ ਹੋਰਾਂ ਦੀ ਬੇਸਿਕਲੀ ਕੀ ਹੈ ਕਿ ਯੰਗਸਟਰ ਨੂੰ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਹੈ, ਪੁਰਾਣੇ ਜਿਹੜੇ ਬੰਦੇ ਨੇ, ਕਿਉਂਕਿ ਅੱਜ ਕੱਲ ਜਿਹੜਾ ਸਿੱਖ ਸਮਾਜ ਹੈ ਨਾ, ਇਹ ਪੜ੍ਹਾਈ ਤੋਂ ਬਹੁਤ ਦੂਰ ਹੋ ਚੁੱਕਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਦੀ ਨੇਮ ਫੇਮ ਹੈ ਨਾ, ਮੁਬਾਰਕ ਹੈ, ਪਰ ਨੇਮ ਫੇਮ ਤੋਂ ਪਹਿਲੇ ਜਾਣਕਾਰੀ ਬਹੁਤ ਜ਼ਰੂਰੀ ਹੈ। ਇਸ ਕਰਕੇ ਮੈਂ ਤੇ ਯੰਗਸਟਰਸ ਨੂੰ ਪਹਿਲੇ ਕਹਾਂਗਾ ਕਿ ਸਭ ਤੋਂ ਪਹਿਲੇ ਕੋਸ਼ਿਸ਼ ਕਰ ਲਓ ਕਿ ਸ਼ਾਮ ਨੂੰ 10-15 ਪੇਜ ਰਾਤ ਨੂੰ ਸੌਂਦੇ ਹੋਏ WhatsApp ਨਾਲੋਂ ਬਿਹਤਰ ਹੈ ਕਿ ਕੋਈ ਅੱਛੀ ਕਿਤਾਬਾਂ ਜ਼ਰੂਰ ਪੜ੍ਹ ਲਿਆ ਕਰੋ। ਹੁਣ ਉਹਦੇ ਵਿੱਚ ਵੀ ਪ੍ਰੋਬਲਮ ਹੋਰ ਆ ਜਾਂਦੀ ਹੈ। ਅੱਜ ਦੀ ਡੇਟ ਦੇ ਵਿੱਚ ਯੰਗਸਟਰਸ ਨੂੰ ਇਹ ਹੀ ਨਹੀਂ ਪਤਾ ਕਿ ਤੁਸੀਂ ਕਿਤਾਬਾਂ ਕਿਹੜੀਆਂ ਪੜ੍ਹਨੀਆਂ। ਉਹਨੂੰ ਵਿਚਾਰਾ ਕਨਫਿਊਜ਼ ਹੋ ਜਾਂਦਾ ਹੈ। ਤੁਸੀਂ ਕਦੀ ਦੇਖਿਆ ਹੋਏਗਾ, ਕਿਉਂਕਿ ਮੈਨੂੰ ਤੁਸੀਂ ਟਾਈਮ ਦਿੱਤਾ ਤੇ ਮੈਂ ਥੋੜੀ ਜਿਹੀ ਕਾਫੀ ਡਿਟੇਲ ਦੇ ਵਿੱਚ ਜਾ ਕੇ ਗੱਲ ਕਰਨਾ ਚਾਹਾਂਗਾ ਤਾਂ ਕਿ ਯੰਗਸਟਰਸ ਨੂੰ ਮੈਸੇਜ ਪਹੁੰਚ ਸਕੇ। ਮੈਨੂੰ ਨਹੀਂ ਪਤਾ ਤੁਹਾਡਾ ਕਿੰਨਾ ਕੁ ਨੈਟਵਰਕ ਹੈ, ਪਰ ਬਹੁਤ ਜ਼ਰੂਰੀ ਨੇ ਯੰਗਸਟਰਸ ਨੂੰ ਇਹ ਗੱਲ ਸਮਝਾਣੀ। ਤੁਸੀਂ ਕਿਤਾਬਾਂ ਦੀ ਲੱਗਦਾ ਹੈ ਐਗਜ਼ੀਬਿਸ਼ਨ ਲੱਗਦੀ ਹੈ, ਮੈਂ ਉਹਦੇ ਵਿੱਚ ਲੋਕ ਕਿਤਾਬਾਂ ਦੇਖ ਰਹੇ ਹੁੰਦੇ ਨੇ, ਮੈਂ ਲੋਕਾਂ ਨੂੰ ਵੀ ਚੈੱਕ ਕਰ ਰਿਹਾ ਉਹਨਾਂ ਨਾਲ ਕਿ ਲੋਕ ਕਿਤਾਬ ਦੇ ਸਟਾਲ ਤੇ ਆਏ, ਕਿਤਾਬ ਚੁੱਕੀ, ਉਹਨੂੰ ਉਪਲਿਆ ਪਲਟਿਆ ਦੇਖਿਆ, ਉਸ ਤੋਂ ਬਾਅਦ ਰੱਖ ਦਿੱਤੀ। ਸਾਡੇ ਕੋਲ ਕੋਈ ਦੇਖੋ ਮੈਨੇਜਮੈਂਟ ਸਿਸਟਮ ਜਿਹੜਾ ਹੈ ਨਾ, ਉਸ ਮੈਨੇਜਮੈਂਟ ਦਾ ਮਤਲਬ ਹੁੰਦਾ ਹਰ ਚੀਜ਼ ਨੂੰ ਮੈਨੇਜ ਕਰਨਾ। ਮੈਨੇਜ ਕਰਨ ਵਾਲੇ ਕੌਣ ਲੋਕ ਹੁੰਦੇ ਨੇ? ਪ੍ਰਬੰਧਕ ਹੁੰਦੇ ਨੇ। ਹਿੰਦੀ ਵੀ ਦੇਖੋ ਤੇ ਪ੍ਰਬੰਧ ਆ ਜਾਂਦਾ ਹੈ, ਉਹ ਵੈਸੇ ਮੈਨੇਜ ਆ ਜਾਂਦਾ। ਬੇਸਿਕਲੀ ਕੀ ਹੈ ਕਿ ਉਸ ਸਿਸਟਮ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਸੰਦ ਹਟਾਏ, ਫਿਰ ਕਰਮ ਕਾਂਡ ਆਇਆ, ਗਿਆਨੀ ਦਿੱਤ ਸਿੰਘ ਹੋਰਾਂ ਨੇ ਇਸ ਤਰ੍ਹਾਂ ਦੇ ਜਿਹੜੇ ਰੈਵੋਲੂਸ਼ਨਰੀ ਮਾਈਂਡ ਸੀਗੇ, ਜਿਨ੍ਹਾਂ ਕੋਲ ਲੌਜੀਕਲ ਨੌਲੇਜ ਸੀਗੀ, ਤਰਕ ਸ਼ਕਤੀ ਸੀਗੀ, ਉਹਨਾਂ ਨੇ ਆ ਕੇ ਬੜੇ ਤਰੀਕੇ ਦੇ ਨਾਲ ਗੁਰਮਤਿ ਨੂੰ ਪ੍ਰੈਜ਼ੈਂਟ ਕੀਤਾ। ਔਰ ਗੁਰਦੁਆਰਿਆਂ ਦੇ ਵਿੱਚ ਜਿਹੜਾ ਕੰਟਰੋਲ ਸੀਗਾ ਉਹ ਗੁਰਦੁਆਰਾ ਪ੍ਰਬੰਧ ਲਹਿਰ ਦੇ ਥਰੂ ਇਹ ਇੱਕਦਮ ਕਾਬਿਜ਼ ਹੋ ਗਿਆ। ਹੁਣ ਹੋਇਆ ਕਿ ਜਦੋਂ ਕੋਈ ਸਿਸਟਮ ਚੱਲਦਾ ਹੈ, ਪਾਣੀ ਹਮੇਸ਼ਾ ਕਦੀ ਵੀ ਕਿਸੇ ਜਗ੍ਹਾ ਤੇ ਠਹਿਰ ਜਾਏ ਨਾ ਤੇ ਗਦਲਾ ਹੋ ਜਾਏ। ਹੁਣ ਹੋਇਆ ਕਿ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਬਣੀ। ਅੱਜ ਤੁਸੀਂ ਹਿਸਾਬ ਲਗਾ ਕੇ ਦੇਖੋ, 1920 ਦੇ ਆਸ-ਪਾਸ ਸ਼੍ਰੋਮਣੀ ਕਮੇਟੀ ਬਣੀ, ਕਾਂਗਰਸ ਵੀ ਲਗਭਗ ਇਹਦੇ ਆਸ-ਪਾਸ ਬਣੀ, RSS ਵੀ ਇਹਦੇ ਆਸ-ਪਾਸ। ਕਿੰਨੀ ਮਜ਼ੇਦਾਰ ਚੀਜ਼ ਹੈ। ਇਸ ਚੀਜ਼ ਨੂੰ ਤੁਸੀਂ ਫੈਕਟ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕਰੋਗੇ ਤੇ ਤਿੰਨੋਂ ਲਗਭਗ ਆਸ-ਪਾਸ ਬਣੀ। ਅੱਜ ਤੁਸੀਂ ਸਟੈਂਡ ਕਰਕੇ ਦੇਖੋ, ਕਾਂਗਰਸ ਜਿਹੜੀ ਸੀਗੀ ਉਹ ਬੇਸਿਕਲੀ ਅੱਜ ਵੈਂਟੀਲੇਟਰ ਆਪਣੀ ਕਰਨੀਆਂ ਕਰਕੇ, ਆਪਣੀ ਸੋਚ ਕਰਕੇ, ਕਿਉਂਕਿ ਉਹਨਾਂ ਨੇ ਸੰਗਠਨ ਨਹੀਂ ਬਣਾਇਆ। ਸੰਗਠਨ ਦਾ ਮਤਲਬ ਹੁੰਦਾ ਹੈ ਇੱਕ ਸੰਗਠਿਤ ਹੋਣਾ। ਸੰਗਠਿਤ ਹੋਣ ਦੀ ਕੋਸ਼ਿਸ਼ ਨਹੀਂ ਕੀਤੀ। ਪਾਵਰ ਜਿਹੜੀ ਸੀਗੀ ਉਹ ਇੱਕ ਅੱਧੀ ਜਗ੍ਹਾ ਤੇ ਰਹਿ ਗਈ, ਉਹ ਸਾਰਾ ਕੰਮ ਖਤਮ। ਦੂਸਰਾ ਤੁਸੀਂ ਲੈ ਕੇ ਚੱਲੋ ਅਕਾਲੀ ਦਲ, ਇਹ ਵੀ 1920 ਦੇ ਆਸ-ਪਾਸ ਬਣਿਆ। ਕਾਂਗਰਸ ਤੋਂ ਬਾਅਦ ਦੂਸਰੀ ਪਾਰਟੀ ਸੀਗੀ ਜਿਹੜੀ ਸਭ ਤੋਂ ਵੱਡੀ ਪਾਰਟੀ ਕਹਿਲਾਉਂਦੀ ਸੀ।
ਇਹ ਵੀ ਇੱਕ ਪਰਿਵਾਰ ਦੀ ਗੋਦ ਦੇ ਵਿੱਚ ਆ ਗਿਆ। ਉਸ ਤੋਂ ਬਾਅਦ ਕਰਦੇ ਕਰਾਂਦੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖ ਲਓ ਇਹ ਵੀ ਖਤਮ ਦੇ ਦਰਾਹ ਤੇ। ਉਸੇ ਟਾਈਮ ਜਦੋਂ ਇਹ ਗੱਲ ਚੱਲ ਰਹੀ ਸੀਗੀ ਤੇ ਦਿੱਲੀ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਅਸੀਂ ਇੱਕ ਸਿਸਟਮ ਬਣਾ ਲਈਏ ਤੇ ਗੁਰਦੁਆਰਾ ਐਕਟ ਲਾਗੂ ਹੋਇਆ ਤੇ ਗੁਰਦੁਆਰਾ ਐਕਟ ਦੇ ਥਰੂ ਦਿੱਲੀ ਦੇ ਵਿੱਚ ਇੱਕ ਜਿਹੜਾ ਸੀਗਾ ਇਹ ਪਹਿਲੀ ਵਾਰੀ ਚੁਣਾਵ ਦੇ ਥਰੂ ਗੁਰਦੇ ਸਿੱਖਾਂ ਦੀ ਗਿਣਤੀ ਕਰਕੇ ਸਮਝ ਲਓ ਸਾਡੀ ਜਿਹੜੀ ਮਾੜਾਪਨ ਸ਼ੁਰੂ ਹੋਣਾ ਸੀ ਨਾ ਉਸੇ ਦਿਨ ਤੋਂ ਸ਼ੁਰੂ ਜਿਸ ਦਿਨ ਅਸੀਂ ਇਲੈਕਸ਼ਨ ਸਿਸਟਮ ਵਿੱਚ ਚਲੇ। ਤੁਸੀਂ ਨਾ ਆਪਣੀ ਕੁਐਸਚਨ ਦੇ ਵਿੱਚ ਸ਼ੁਰੂ ਵਿੱਚ ਹੀ ਬਹੁਤ ਵੱਡਾ ਜਵਾਬ ਵੀ ਨਾਲ ਹੀ ਦੇ ਕਿ ਜੋੜਾ ਕਰ ਕਰਨ ਵਾਲੇ ਨੂੰ ਕੋਈ ਸੇਵਾਦਾਰੀ ਥੋੜੀ ਲੈਣੀ ਪੈਂਦੀ। ਜੇਕਰ ਕੋਈ ਪ੍ਰਬੰਧ ਕਰ ਰਿਹਾ ਕੋਈ ਬਾਹਰ ਸੇਵਾ ਕਰ ਰਿਹਾ ਉਹਨੂੰ ਕੋਈ ਸਰਟੀਫਿਕੇਟ ਲੈਣਾ ਪੈਂਦਾ, ਉਹਨੂੰ ਇਲੈਕਸ਼ਨ ਲੜਨੀ ਪੈਂਦੀ। ਬੇਸਿਕਲੀ ਉਸ ਟਾਈਮ ਜਦੋਂ ਮੈਂ ਨਾਲ ਦੇ ਨਾਲ ਪੈਰਲਲ ਚੀਜ਼ਾਂ ਨੂੰ ਲੈ ਕੇ ਚੱਲ ਰਿਹਾ ਤਾਂ ਕਿ ਨਾਲ ਨਾਲ ਤੁਹਾਨੂੰ ਸਮਝਾਉਂਦਾ ਰਹਾਂ ਅੱਜ ਦੀ ਗੱਲ ਵੀ ਤੇ ਪੁਰਾਣੀ ਗੱਲ। ਹੁਣ ਉਸ ਟਾਈਮ ਜਦੋਂ ਇਹ ਕਮੇਟੀਆਂ ਬਣੀਆਂ ਤੇ ਪਹਿਲੇ ਇਲੈਕਸ਼ਨ ਦੇ ਵਿੱਚ ਤੇ ਚਲੋ ਸਮਝ ਆਇਆ ਜੀ ਬੜੇ ਤਰੀਕੇ ਦੇ ਲੋਕ ਸੀਗੇ, ਆਰਾਮ ਨਾਲ ਇਲੈਕਸ਼ਨ ਹੋ ਗਏ, ਕੁਝ ਲੋਕ ਅੱਛੇ ਵੀ ਆਏ। ਤੁਸੀਂ ਅਗਰ ਮਹਿਸੂਸ ਕਰੋਗੇ ਨਾ ਜਿਵੇਂ ਜਿਵੇਂ ਗੁਰਦੁਆਰਾ ਸਿਸਟਮ ਅੱਗੇ ਵੱਧਦਾ ਗਿਆ ਉਵੇਂ ਉਵੇਂ ਬੇੜਾ ਗਰਕ ਹੁੰਦਾ। ਬੇੜਾ ਗਰਕ ਕਿਵੇਂ ਹੁੰਦਾ ਗਿਆ ਤੁਸੀਂ ਅੱਜ ਮਹਿਸੂਸ ਕਰੋ। ਹਰ ਟਾਈਮ ਮੈਨੂੰ ਲੱਗਦਾ ਸੀਗਾ ਕਿ ਜਿਹੜੀ ਕਮੇਟੀ ਪ੍ਰੈਜ਼ੈਂਟ ਹੈ ਨਾ ਉਹਦੇ ਨਾਲੋਂ ਪਹਿਲੀ ਕਮੇਟੀ ਚੰਗੀ ਸੀ। ਤੇ ਜੇਕਰ ਤੁਸੀਂ ਆਪਣੇ ਕਿਸੇ ਪੁਰਾਣੇ ਬੰਦੇ ਕੋਲੋਂ ਪੁੱਛੋਗੇ ਉਹ ਕਹੇਗਾ ਪੁਰਾਣੀ ਕਮੇਟੀ ਚੰਗੀ ਸੀ, ਉਸ ਤੋਂ ਪਹਿਲੇ ਵਾਲੀ ਉਸ ਤੋਂ ਵੀ ਚੰਗੀ ਸੀ। ਜਿਹੜੀ ਨਵੀਂ ਆਂਦੀ ਗਈ ਮਾੜੀ ਆਂਦੀ, ਇਸ ਤੋਂ ਅੱਗੇ ਮਾੜੀ ਆਂਦੀ ਗਈ। ਅੱਗੇ ਅੱਗੇ ਕਰਦੇ 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 ਇਸ ਪੋਜੀਸ਼ਨ ਦੇ ਵਿੱਚ ਆ ਗਏ ਕਿ ਹੁਣ ਅਗਰ ਤੁਸੀਂ ਲੈ ਕੇ ਚੱਲੋ ਤੇ ਗੁਰਦੁਆਰਾ ਚੋਣਾਂ ਦੇ ਥਰੂ ਅਸੀਂ ਆਪਣਾ ਬੇੜਾ ਗਰਕ ਕਰਨਾ। ਹੁਣ ਕਿਵੇਂ ਬੇੜਾ ਗਰਕ ਕੀਤਾ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਇਸ ਸਿਸਟਮ ਦੇ ਵਿੱਚ 1992-93 ਦੇ ਵਿੱਚ ਐਕਟਿਵ ਹੋਇਆ ਸੀ। ਔਰ ਮੇਨ ਗੱਲ ਹੁੰਦੀ ਹੈ ਕਿ ਗੁਰਦੁਆਰਾ ਪ੍ਰਬੰਧ ਸਿਸਟਮ ਪ੍ਰਬੰਧਕ ਕਮੇਟੀ ਮੈਨੇਜ ਕਰਨ ਵਾਲੀ ਕਮੇਟੀ ਇਹਨਾਂ ਦਾ ਕੰਮ ਕੀ ਹੈ ਗੁਰਦੁਆਰਿਆਂ ਦਾ ਪ੍ਰਬੰਧ ਦੇਖਣਾ। ਹੁਣ ਕੁੰਵਰ ਜੀ ਮੈਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਗੱਲ ਦੱਸਣ ਲੱਗਾ ਕਿ ਤੁਸੀਂ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੁਣੀ ਇਹ ਲੀਡਰ ਕਿਵੇਂ ਬਣੇ। ਮੇਰਾ ਤੁਹਾਨੂੰ ਸਵਾਲ, ਤੁਸੀਂ ਤੇ ਪ੍ਰਬੰਧਕ ਚੁਣੇ, ਤੁਸੀਂ ਕਿਸੇ ਕੰਪਨੀ ਦੇ ਵਿੱਚ ਕੰਮ ਕਰ ਰਹੇ ਠੀਕ ਹੈ ਜੀ। ਹੁਣ ਆਪ ਜੀ ਵੀ ਕਿਸੇ ਕੰਪਨੀ 'ਚ ਕੰਮ ਕਰਦੇ, ਉਸ ਕੰਪਨੀ ਦੇ ਵਿੱਚ ਮੈਨੇਜਰ ਵੀ ਹੁੰਦੇ ਨੇ, ਅਸਿਸਟੈਂਟ ਵੀ ਹੁੰਦੇ ਨੇ, ਵਰਕਰਸ ਵੀ ਹੁੰਦੇ ਨੇ, ਸਭ ਕੁਝ ਹੁੰਦਾ, ਸਾਰਾ ਕੁਝ ਹੁੰਦਾ। ਹੁਣ ਜਦੋਂ ਤੁਸੀਂ ਪ੍ਰਬੰਧਕ ਚੁਣੇ ਪ੍ਰਬੰਧ ਕਰਨ ਵਾਲੇ ਲੋਕ ਉਹਨਾਂ ਦਾ ਕੰਮ ਕੀ ਸੀਗਾ ਦਰੀਆਂ ਠੀਕ ਨੇ, ਟਾਇਲਟ ਠੀਕ ਨੇ, ਬਾਕੀ ਠੀਕ ਬਣ ਰਿਹਾ। ਇਹਨਾਂ ਦਾ ਕੰਮ ਕੀ ਹੋ ਗਿਆ ਇਹਨਾਂ ਨੇ ਦੋ ਚੀਜ਼ਾਂ ਸੰਭਾਲ ਇਹਨਾਂ ਨੇ ਸੰਭਾਲ ਰਿਹਾ ਸਟੇਜ ਗੁਰਪੁਰਬ ਦੇ ਮੌਕੇ ਤੇ। ਤੁਹਾਨੂੰ ਗੁਰਪੁਰਬ ਦੇ ਮੌਕੇ ਤੇ ਸਾਰੀ ਦੁਨੀਆ ਦੇ ਐਨਜੀਓ ਨਜ਼ਰ ਆਣਗੇ, ਕੋਈ ਲੰਗਰ ਬਣਦਾ, ਕੋਈ ਬਾਹਰ ਸਟਾਲ ਲਗਾਉਂਦਾ, ਕੋਈ ਬੱਚਿਆਂ ਨੂੰ ਸਿਖਾਉਂਦਾ, ਇਹ ਸਾਰੇ ਸਟੇਜਾਂ ਤੇ ਬੈਠੇ। इसका मतलब ये स्टेज मैनेजमेंट कमेटी हो वन। दूसरा हो गई मनी मैनेजमेंट कमेटी, तीसरा हो गई ये पोस्ट मैनेजमेंट कमेटी पदवियां दा जड़ा। हुण गुरु कहंदा है राजे रैयत सिकदार कोई ना रैसी। तो बड़ा क्लीयर जिहा मैसेज रहिंदा है पदवियां दे लालच दे विच पोस्टां दे लालच दे विच इस तरीके की पोजीशन आ गई कि गुरुद्वारा कमेटी का सिस्टम बिगड़दा बिगड़दा इस पोजीशन पे आ गया। ये बड़ा महंगा सिस्टम हो और इतना महंगा सिस्टम हो गया कि उस सिस्टम दे विच पैसा जड़ा सीगा वो अथाह तरीके दे नाल शुरू हो गया, कोई एंड ही नहीं रहा। बस इत्थों ही काम गड़बड़ होया। हुण एक इलेक्शन जड़ा है एक निमाणा आदमी, एक शरीफ आदमी तुसी कदी इलेक्शन लड़दे देखोगे? कदी नहीं देखोगे, क्योंकि वो इस गंद दे विच आना ही नहीं चाहता। हुण पहली गल है कि वो निमाणा जिहा आदमी एक सिस्टम दे विच आएगा, इलेक्शन वास्ते पैसे खर्च करेगा, पैसे खर्च करके कोशिश करेगा कि हुण मैं जो वापसी आएगा तो वो कहेगा मैं जो खर्चे है, क्योंकि वो जितन वास्ते आए। जो सिस्टम दे विच आएगा उस तो बाद वो इन्वेस्टमेंट के पैसे पूरे करने वास्ते कोशिश करेगा। हुण इहदे विच होया कि जिहड़ी धार्मिक क्लास सी, जिहड़ी एक्चुअल क्लास सी, जिहड़ी सेवादार दी एक्चुअल उम्मीदवार सी, वो तो जोड़ा घर च बैठी, वो लंगर च बैठी जे। वो अज भी तुहानू सड़कां ते लंगर बनती नजर आएगी, अज भी तुहानू लोगों नू मास्क देती नजर आएगी, अज भी लोगों के घरां दे विच राशन पहुंचाती नजर आएगी। यह वो क्लास है। हुण अज दी क्लास की है कि संगत के पैसे ने और गुरुद्वारे का जिहड़ा प्रबंधक हैड प्रबंधक है वो क्रेडिट लै रहा है कि असीं बहुत काम कर, जबकि स्कूलों के सिस्टम मर रहे हैं,
ਸਕੂਲਾਂ ਦੇ ਵਿੱਚ ਲੋਕਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਲੋਕਾਂ ਦੀ ਹਾਲਤ ਖਰਾਬ ਹੈ, ਟੀਚਰਸ ਨੂੰ ਪੈਸੇ ਨਹੀਂ ਮਿਲ ਰਹੇ, ਤੁਹਾਡੇ ਬੱਚੇ ਸਕੂਲਾਂ ਦੇ ਵਿੱਚ ਜਾ ਕੇ ਰਾਜੀ ਨਹੀਂ ਹੈ, ਔਰ ਤੁਸੀਂ ਦਾਅਵੇ ਕਰ ਰਹੇ ਹੋ ਕਿ ਅਸੀਂ ਸਾਰੀ ਦਿੱਲੀ ਦੇ ਵਿੱਚ ਲੰਗਰ ਵੰਡ ਰਹੇ ਹਾਂ। ਪਰ ਫਿਰ ਵੀ ਮੈਂ ਉਸ ਸਿਸਟਮ ਨੂੰ ਕ੍ਰਿਟਿਸਾਈਜ਼ ਨਹੀਂ ਕਰਾਂਗਾ, ਕਿਉਂਕਿ ਅੱਜ ਦੇ ਦਿਨ ਦੇ ਵਿੱਚ ਉਹਦੀ ਵੀ ਲੋੜ ਸੀਗੀ ਔਰ ਲੋਕਾਂ ਤੱਕ ਭੋਜਨ ਪਹੁੰਚਾਉਣਾ ਬਹੁਤ ਜ਼ਰੂਰੀ ਸੀਗਾ। ਔਰ ਵੈਸੇ ਵੀ ਜਿਹੜੀ ਖਾਲਸੇ ਦੀ ਜਿਹੜੀ ਪਹਿਚਾਣ ਹੈਗੀ ਹੈ ਉਹ ਲੰਗਰ ਹੀ ਹੈ। ਜਦੋਂ ਤੁਸੀਂ ਸੰਸਾਰ ਦੇ ਵਿੱਚ ਵੀ ਅੱਜ ਅਗਰ ਫੋਰਨ ਕੰਟਰੀਜ਼ ਦੇ ਵਿੱਚ ਵੀ ਦੇਖੋ ਤੇ ਉੱਥੇ ਬਾਕੀ ਕੰਟਰੀਆਂ ਸਿੱਖਾਂ ਦਾ ਸ਼ੁਕਰ ਅਦਾ ਕਰ ਰਹੀਆਂ, ਪਰ ਹਿੰਦੁਸਤਾਨ ਦਾ ਮੀਡੀਆ ਜਿਹੜਾ ਹੈ ਇਹ ਇੱਕ ਗੈਰ ਜ਼ਿੰਮੇਵਾਰ ਔਰ ਬਾਇਸ ਮੀਡੀਆ ਹੈ, ਇਸ ਕਰਕੇ ਇਹਨਾਂ ਚੀਜ਼ਾਂ ਨੂੰ ਦਿਖਾਉਂਦਾ ਹੀ। ਪਰ ਕੋਈ ਫਰਕ ਨਹੀਂ, ਮਾਲਕ ਦਾ ਸੀਸੀਟੀਵੀ ਕੈਮਰਾ ਜਿਹੜਾ ਹੈ ਨਾ 24/7 ਚੱਲਦਾ ਰਹਿੰਦਾ, ਉਹ ਸਭ ਕੁਝ ਦੇਖ ਰਿਹਾ ਹੁੰਦਾ ਤੇ ਬੰਦਿਆਂ ਤੋਂ ਉਮੀਦ ਰੱਖੀ ਦੀ ਵੀ। ਹੁਣ ਇਸੇ ਸਿਸਟਮ ਦੇ ਥਰੂ ਤੁਸੀਂ ਲੈ ਕੇ ਚੱਲੋ ਕਿ ਨਾਰਮਲ ਇੱਕ ਤੁਸੀਂ ਮੈਨੇਜਮੈਂਟ ਕਮੇਟੀ ਦੇ ਵਿੱਚ ਹੋ ਤਾਂ ਤੁਹਾਡਾ ਇੱਕ ਡਿਪਾਰਟਮੈਂਟ ਹੋਏਗਾ, ਇੱਕ ਡਿਪਾਰਟਮੈਂਟ ਵਿੱਚ ਕੰਮ ਕਰੋਗੇ। ਹੁਣ ਇੱਥੇ ਤੁਸੀਂ ਇਹ ਦੇਖ ਕੇ ਚਲੋ, ਇੱਥੇ ਕਾਲਜਿਸ ਵੀ ਹੈ ਨੇ, ਇੱਕੋ ਹੀ ਪ੍ਰੈਜ਼ੀਡੈਂਟ ਹੈ, ਸਕੂਲ ਵੀ ਹੈ ਨੇ, ਇੱਕੋ ਹੀ ਪ੍ਰੈਜ਼ੀਡੈਂਟ ਹੈ, ਗੁਰਦੁਆਰੇ ਇਤਨੇ ਸਾਰੇ ਨੇ, ਇੱਕੋ ਪ੍ਰੈਜ਼ੀਡੈਂਟ ਹੈ, ਹਸਪੀਟਲ ਦੇ ਉੱਪਰ ਹੈ, ਤੁਸੀਂ ਇੱਕੋ ਪ੍ਰੈਜ਼ੀਡੈਂਟ ਹੈ। ਮੈਂ ਪਹਿਲੇ ਵੀ ਕਿਹਾ ਸੀਗਾ ਕਿ ਇਹਨਾਂ ਦੇ ਸਿਸਟਮ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਕਮਾਊ ਸਿਸਟਮ, ਇਹ ਟੋਟਲ ਗੋਲਕ ਤੇ ਡਿਪੈਂਡ ਸੀ। ਮੈਨੂੰ ਯਾਦ ਹੈ ਜਦੋਂ ਮੈਂ 1 ਰੁਪਏ ਮਿਸ਼ਨ ਸ਼ੁਰੂ ਕੀਤਾ ਤੇ ਇਹਨਾਂ ਦੀ ਹਰਕਤਾਂ ਕਰਕੇ ਸ਼ੁਰੂ ਕੀਤਾ ਸੀ। ਲੋਕਾਂ ਨੇ ਮੈਨੂੰ ਕਾਫੀ ਕ੍ਰਿਟਿਸਾਈਜ਼ ਵੀ ਕੀਤਾ ਕਿ ਤੁਸੀਂ ਗੁਰਦੁਆਰੇ ਵਿੱਚ, ਫਿਰ ਗੁਰਦੁਆਰੇ ਚੱਲਣਗੇ ਕਿਵੇਂ। ਬੇਸਿਕਲੀ ਲੋਕਾਂ ਨੂੰ ਇਹ ਸਮਝ ਆ ਰਿਹਾ ਹੈ ਕਿ ਸ਼ਾਇਦ ਸੰਗਤ ਗੁਰਦੁਆਰੇ ਚਲਾ ਰਹੀ ਹੈ, ਉਹਨਾਂ ਨੂੰ ਗੁਰੂ ਤੇ ਵਿਸ਼ਵਾਸ ਘੱਟ ਹੈ, ਆਪਣੇ ਆਪ ਤੇ ਜ਼ਿਆਦਾ ਸੀ। ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਪੋਜੀਸ਼ਨ ਲਗਾ ਲਓ, ਮੈਂ ਤੇ 1 ਰੁਪਏ ਮੈਨੇਜਮੈਂਟ ਦੀ ਗੱਲ ਕਰਦਾ ਸੀਗਾ, ਗੁਰੂ ਨੇ ਤੇ 0 ਰੁਪਏ ਮਿਸ਼ਨ ਸ਼ੁਰੂ ਕਰਤਾ। ਅੱਜ ਤੇ ਗੁਰਦੁਆਰੇ 'ਚ ਪੈਸੇ ਹੀ ਨਹੀਂ ਹੈ, ਤਾਲੇ ਲੱਗੇ ਹੋਏ ਨੇ ਜੀ। ਪੂਰੇ ਸੰਸਾਰ ਦੇ ਵਿੱਚ ਧਾਰਮਿਕ ਸਥਾਨਾਂ ਤੇ ਤਾਲੇ ਲੱਗੇ ਹੋਏ। ਅਸੀਂ 1 ਰੁਪਏ ਮਿਸ਼ਨ ਦੀ ਗੱਲ ਕਰਦੇ ਸੀ ਕਿ ਤਾਂ ਕਿ ਪ੍ਰਬੰਧਕ ਜਿਹੜੇ ਨੇ ਉਹ ਜਾਗਣ, ਸੋਚਣ, ਪਰ ਅੱਜ ਪੋਜੀਸ਼ਨ ਇਹ ਆ ਗਈ ਕਿ ਜਿਹੜੇ ਅੱਜ ਦੀ ਪ੍ਰਬੰਧਕ ਸਿਸਟਮ ਹੈ ਉਹ ਵਿਚਾਰਾ ਪੈਸੇ ਵਾਸਤੇ ਤਰਸ ਰਿਹਾ। ਗੁਰਦੁਆਰੇ ਵੱਧ ਰਹੇ, ਚੜ੍ਹਤ ਆ ਨਹੀਂ ਰਹੀ। ਅੱਜ ਤੁਸੀਂ ਸ਼੍ਰੀਪਾਲ ਦੇਖੋ, ਰਾਮਦੇਵ ਸਿਰਸਾ ਦੇਖੋ, ਔਰ ਸ਼੍ਰੀ ਦੇਖੋ, ਇਹਨਾਂ ਸਾਰਿਆਂ ਨੇ ਆਪਣੇ ਪ੍ਰੋਡਕਟ ਕੱਢੇ ਹੋਏ, ਆਪਣੇ ਪ੍ਰੋਡਕਟ ਇਹਨਾਂ ਦੇ। ਰਾਮਪਾਲ ਇਹਨਾਂ ਆਪਣਾ ਪ੍ਰੋਡਕਟ ਹੈ। ਮਾਰਕੀਟ ਦੇ ਵਿੱਚ ਅੱਜ ਇਹਨਾਂ ਦੀਆਂ ਸਟੋਰ ਖੁੱਲੇ ਹੋਏ ਸਾਰੇ, ਇਹਨਾਂ ਦੀ ਗਰੋਸਰੀ ਵਿਕ ਰਹੀ ਹੈ, ਇਹਨਾਂ ਦੀ ਚੀਜ਼ਾਂ ਵਿਕ ਰਹੀਆਂ, ਇਹਨਾਂ ਦੇ ਸਾਬਣ ਵਿਕ ਰਹੇ, ਸਭ ਕੁਝ ਚੱਲ ਰਿਹਾ। ਤੁਸੀਂ ਕੀ ਕੀਤਾ ਜੀ? ਬੇਸਿਕਲੀ ਜਿਹੜਾ ਲੰਗਰ ਸੀਗਾ, ਜਿਸ ਲੰਗਰ ਦੀ ਤੁਸੀਂ ਗੱਲ ਕਰਦੇ ਹੋ, ਉਹ ਲੰਗਰ ਦੇ ਉੱਪਰ ਵੀ ਮੈਂ ਡਿਫਰੈਂਟ ਜਿਹਾ ਇੱਕ ਟੌਪਿਕ ਤੁਹਾਨੂੰ ਦੇ ਰਿਹਾ। ਉਹ ਲੰਗਰ ਬਣਿਆ ਸੀਗਾ ਨੀਡੀ ਬੰਦੇ ਵਾਸਤੇ, ਲੋੜਵੰਦ ਵਾਸਤੇ, ਨਾ ਕਿ ਉਹ ਲੰਗਰ ਬਣਿਆ ਸੀਗਾ ਤੁਸੀਂ ਜਿਵੇਂ ਪਹਿਲੇ ਕੀ ਹੁੰਦਾ ਸੀ, ਜਦੋਂ ਅਸੀਂ ਘਰ ਦੇ ਪ੍ਰੋਗਰਾਮ ਕਰਦੇ ਸੀ ਤੇ ਕਾਰਡ ਦੇ ਉੱਪਰ ਲਿਖਿਆ ਹੁੰਦਾ ਸੀ ਪ੍ਰੀਤੀ ਭੋਜ, ਉਹ ਲੰਗਰ ਨਹੀਂ ਲਿਖਿਆ ਹੁੰਦਾ ਸੀ, ਪ੍ਰੀਤੀ ਭੋਜ ਲਿਖਿਆ ਹੁੰਦਾ ਸੀ। ਹੁਣ ਕੀ ਹੋਇਆ ਕਿ ਇੱਕ ਲੰਗਰ ਦੇ ਨਾਮ ਤੇ ਅਸੀਂ ਗੱਲ ਕਹਿਤੀ, ਮੂੰਹ ਲਗਾ ਕੇ ਜਾਣਾ ਜੀ, ਮੂੰਹ ਛੱਕ ਕੇ ਜਾਣਾ। ਹਾਲਾਂਕਿ ਮੇਰੀ ਨਾਲ ਗੱਲਾਂ ਦੇ ਨਾਲ ਕਈ ਲੋਕ ਦੀ ਜਿਹੜੀ ਮਿੱਥ ਹੈ ਨਾ ਉਹ ਟੁੱਟੇਗੀ, ਕਈ ਪਰੇਸ਼ਾਨ ਵੀ ਹੋਣਗੇ ਕਿ ਇਹ ਬੋਲ ਕੀ ਰਿਹਾ, ਵਾਰਾ ਨਹੀਂ ਖਾਏਗਾ। ਲੰਗਰ ਬਣਿਆ ਯਾਤਰੂ ਵਾਸਤੇ। ਸਭ ਤੋਂ ਪਹਿਲੇ ਵੱਡੀ ਗੱਲ ਹੈ ਕਿ ਤੁਹਾਨੂੰ ਕਨਸੈਪਟ ਨੂੰ ਸਮਝਣਾ ਪਏਗਾ। ਗੁਰੂ ਸਾਹਿਬ ਨੇ ਜਦੋਂ ਨਿਸ਼ਾਨ ਸਾਹਿਬ ਲਗਾਇਆ ਸੀ, ਨਿਸ਼ਾਨ ਸਾਹਿਬ ਦਾ ਮਤਲਬ ਇਹ ਸੀ ਕਿ ਦੂਰੋਂ ਦੇਖ ਕੇ ਪਤਾ ਚੱਲ ਜਾਏ ਇਹ ਆਸ਼ਰੈ ਸਥਲ, ਜਿੱਥੇ ਜਾ ਕੇ ਤੁਹਾਨੂੰ ਟਿਕਣ ਦਾ, ਬਹਿਣ ਦਾ, ਰਹਿਣ ਦਾ ਜਗ੍ਹਾ ਮਿਲ ਜਾਏ। ਇਹ ਨਿਸ਼ਾਨ ਸਾਹਿਬ ਇਸ ਕਰਕੇ ਲਗਾਏ ਸੀਗੇ ਕਿ ਜਿਹੜਾ ਵੀ ਯਾਤਰੂ ਹੋਵੇ ਉਹਨੂੰ ਇੱਥੇ ਰਹਿਣ ਦੀ, ਖਾਣ ਦੀ, ਪੀਣ ਦੀ ਸਹੂਲੀਅਤ ਮਿਲ ਜਾਏ। ਇਸ ਕਰਕੇ ਨਿਸ਼ਾਨ ਸਾਹਿਬ ਲਗਾਏ ਗਏ। ਹੁਣ ਨਿਸ਼ਾਨ ਸਾਹਿਬ ਵਾਲਾ ਜਿਹੜਾ ਕਨਸੈਪਟ ਹੈਗਾ ਨਾ, ਉਸ ਨੂੰ ਪਹਿਲੇ ਸਮਝਣ ਦੀ ਲੋੜ ਹੈ, ਉਹਦੇ ਵਿੱਚ ਕੀ ਕੀ ਚੀਜ਼ ਹੋਣੀ ਚਾਹੀਦੀ। ਗੁਰਮਤ ਦੇ ਕਨਸੈਪਟ ਦੇ ਅਨੁਸਾਰ ਤੁਹਾਨੂੰ ਚਾਹੀਦਾ ਸੀਗਾ ਕਿ ਤੁਸੀਂ ਜਿਤਨੇ ਵੀ ਤੁਹਾਡੇ ਜਗ੍ਹਾ ਸੀਗੀਆਂ ਉੱਥੇ ਤੁਸੀਂ ਕੋਈ ਸੋਰਸਿੰਗ ਤੇ ਪੈਦਾ ਕਰਦੇ, ਇਨਕਮ ਦੀ ਸੋਰਸਿੰਗ ਤੇ ਪੈਦਾ ਕਰਦੇ। ਤੁਸੀਂ ਟੋਟਲੀ ਡਿਪੈਂਡ ਰਹੇ ਗੋਲਕ ਦੇ ਉੱਪਰ। ਅੱਜ ਜਦੋਂ ਕ੍ਰਾਈਸਿਸ ਦਾ ਸਮੇਂ ਆਉਂਦਾ ਹੈ ਤੇ ਤੁਹਾਡੀ ਪੋਜੀਸ਼ਨ ਖਰਾਬ ਹੋ ਜਾਂਦੀ। ਸੋ ਮੈਨੇਜਮੈਂਟ ਦੇ ਲੈਵਲ ਨੂੰ ਦੇਖ ਕੇ ਚੱਲੋ ਤੇ ਗੁਰਦੁਆਰਾ ਕਮੇਟੀ ਦੇ ਸਿਸਟਮ ਦੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ। ਇਹ ਸਾਰੇ ਕਹਿੰਦੇ ਨੇ ਸਾਨੇ ਸੰਗਤ ਨੂੰ ਚੁਣੇ। ਮੈਨੂੰ ਇਹਨਾਂ ਲੋਕਾਂ ਤੇ ਹੱਸੀ ਆਉਂਦੀ ਹੈ ਜਦੋਂ ਵੀ ਮੈਂ ਕਿਸੇ ਗੁਰਦੁਆਰਾ ਕਮੇਟੀ ਦੇ, ਕਿਉਂਕਿ ਮੈਂ ਬਹੁਤ ਜ਼ਿਆਦਾ ਇਲੈਕਸ਼ਨ ਵਿੱਚ ਇਨਵੋਲਵ ਰਿਹਾ, ਲੋਕਲ ਗੁਰਦੁਆਰਿਆਂ ਵਿੱਚ ਵੀ ਰਿਹਾ, ਤੇ ਪਿਛਲੇ 3-4 ਸਾਲ ਤੋਂ ਮੈਂ ਇੰਟਰਸਟ ਨਹੀਂ ਲੈ ਰਿਹਾ। ਉਹਦਾ ਕਾਰਨ ਇਹ ਸੀਗਾ ਕਿ ਮੈਂ ਇਹਨਾਂ ਲੋਕਾਂ ਦੀ ਹਾਲਤ ਦੇਖੀ ਕਿ ਜਿਹੜਾ ਵੀ ਬੰਦਾ ਗੱਲ ਕਰਦਾ ਹੈ, ਇੱਧਰ ਵਾਲਾ ਵੀ ਪਾਸਾ ਕਹਿੰਦਾ ਸੰਗਤ ਮੇਰੇ ਨਾਲ ਹੈ, ਉੱਧਰ ਵਾਲਾ ਵੀ ਕਹਿੰਦਾ ਸੰਗਤ ਮੇਰੇ ਨਾਲ। ਮੈਨੂੰ ਇਹ ਸੰਗਤ ਵਰਡ ਦੀ ਡੈਫੀਨੇਸ਼ਨ ਅੱਜ ਤੱਕ ਸਮਝ। ਹੁਣ ਦਿੱਲੀ ਦੇ ਵਿੱਚ 12 ਲੱਖ 13 ਲੱਖ ਸਿੱਖ ਹੈ, ਵੋਟਾਂ ਬਣਦੀਆਂ ਨੇ 4 ਲੱਖ, ਐਕਚੁਅਲ ਪੈਂਦੀਆਂ ਨੇ ਲਗਭਗ ਕੋਈ
2.5 ਲੱਖ ਦੇ ਕਰੀਬ ਐਕਚੁਅਲ ਹੁੰਦੀਆਂ ਨੇ, ਬਾਕੀ ਉਹ ਨਕਲੀ ਹੁੰਦੀਆਂ ਨੇ 4 ਦੇ ਵਿੱਚੋਂ। 1.5 ਪੈਂਦੀਆਂ ਨੇ, 90,000 ਇੱਕ ਨੂੰ ਮਿਲਦੀਆਂ ਨੇ, 60,000 ਇੱਕ। ਇਹ ਟੋਟਲ ਕੈਲਕੂਲੇਸ਼ਨ ਹੈ ਜਿਹੜੀ ਕਿ ਪਿਛਲੇ 2 ਜਾਂ 3 ਇਲੈਕਸ਼ਨ ਦੀ ਕੈਲਕੂਲੇਸ਼ਨ, ਯਾਨੀ 65% 70% ਬੰਦਾ ਵੋਟ ਹੀ ਨਹੀਂ ਪਾ ਰਿਹਾ, ਉਹਦਾ ਇੰਟਰਸਟ ਹੀ ਨਹੀਂ। ਤੇ ਇਸ ਸਿਸਟਮ ਦੇ ਵਿੱਚੋਂ ਜਿਹੜਾ ਚੁਣ ਕੇ ਸਿਸਟਮ ਆਉਂਦਾ ਹੈ, ਲਗਭਗ ਗੁਰਦੁਆਰਾ ਕਮੇਟੀ ਦੇ ਨਾਲ ਰਿਲੇਟਡ ਘੱਟੋ ਘੱਟ 5 ਜਾਂ 7,000 ਬੰਦਾ ਹੈ। ਉਹਨਾਂ ਦਾ ਪਰਿਵਾਰ ਲਾ ਲਓ, ਉਹਨਾਂ ਦੇ ਬੱਚੇ ਲਾ ਲਓ, 15-20,000 ਬੰਦਾ ਤੇ ਉਹ। ਦਿੱਲੀ ਦੇ ਵਿੱਚ 1200 ਗੁਰਦੁਆਰੇ ਹੋ ਗਏ, ਉਹਨਾਂ ਦੀ ਮੈਨੇਜਮੈਂਟ ਕਮੇਟੀ ਨੂੰ ਲੈ ਲਓ, ਉਹਨਾਂ ਦੇ ਹਿਸਾਬ ਲਗਾ ਕੇ ਚਲੋ, ਤੁਸੀਂ 10 ਦੀ ਵੀ ਐਵਰੇਜ ਲਗਾਉਂਦੇ ਹੋ ਤੇ ਲਗਭਗ ਕੋਈ 1,20,000 ਦੇ ਕਰੀਬ ਇਹ ਬਣਦੇ ਨੇ ਲੋਕ ਜਿਹੜੇ ਐਕਟਿਵ। 1,20,000 ਉਹ, 25-30,000 ਉਹ, ਤੇ 15-20,000 ਬੰਦੇ ਹੋਰ ਹੋਣੇ ਨੇ ਜਿਹੜੇ ਵੋਟਾਂ ਪਾ ਰਹੇ ਨੇ, ਜਿਹੜੇ ਕਿ ਸਿਸਟਮ ਦੇ ਨਾਲ ਜੁੜੇ ਹੋਏ। ਮੇਰੀ ਗੱਲ ਤੁਸੀਂ ਫੋਲੋ ਕਰ ਗਏ ਹੋ। 1200 ਗੁਰਦੁਆਰੇ ਇੰਟੂ 10 ਮੈਨੇਜਮੈਂਟ ਦੇ ਲੋਕ, ਇਹਨਾਂ ਸਿਸਟਮ ਦੇ ਥਰੂ ਤੁਸੀਂ ਗੁਰਦੁਆਰਾ ਸਿਸਟਮ ਦੀ ਚੋਣ ਕਰ ਰਹੇ ਹੋ, ਕਿਉਂਕਿ ਨਾਰਮਲ ਆਦਮੀ ਦਾ ਤੁਹਾਡੇ ਤੇ ਵਿਸ਼ਵਾਸ ਵੀ ਨਹੀਂ ਹੈ, ਇੰਟਰਸਟ ਵੀ ਨਹੀਂ। ਪਰ ਇੱਕ ਦੁਖਦਾਈ ਗੱਲ ਹੋਰ, ਉਹ ਜਿਹੜਾ ਆਦਮੀ ਵੋਟਾਂ ਨਹੀਂ ਪਾਉਂਦਾ ਨਾ, ਉਹ ਗੁਰਦੁਆਰੇ ਵਿੱਚ ਪੈਸੇ ਪੂਰੇ ਪਾਉਂਦਾ। ਬਸ ਇਹ ਸਭ ਤੋਂ ਵੱਡਾ ਅਨਫੋਰਚੂਨੇਟ ਹੈ। ਪ੍ਰਬੰਧ ਵਿੱਚ ਤੁਸੀਂ ਇੰਟਰਸਟ ਨਹੀਂ ਲੈਂਦੇ, ਇਲੈਕਸ਼ਨ ਹੀ ਤੁਸੀਂ ਜਾਣਾ ਨਹੀਂ ਚਾਹੁੰਦੇ, ਵੋਟ ਤੁਸੀਂ ਪਾਣਾ ਨਹੀਂ ਚਾਹੁੰਦੇ, ਪਰ ਗੁਰਦੁਆਰੇ ਦੀ ਗੋਲਕਾਂ ਪਾ ਕੇ। ਮੈਨੂੰ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹ ਰਿਹਾ, ਤੁਸੀਂ ਦੇਖੋ ਬਿਜ਼ਨਸ ਦੇ ਵਿੱਚ ਨਾ ਕਈ ਵਾਰੀ ਲੋਕ ਕਹਿੰਦੇ ਨੇ ਕਿ ਯਾਰ ਇਹ ਲਾਈਨ ਬੇਕਾਰ ਹੋ ਗਈ ਹੈ, ਹੁਣ ਮੈਂ ਚੇਂਜ ਕਰ। ਕਈ ਵਾਰ ਤੁਸੀਂ ਸੁਣਿਆ ਹੋਵੇਗਾ ਬਿਜ਼ਨਸ ਦੇ ਵਿੱਚ ਕਿ ਮੈਂ ਲਾਈਨ ਚੇਂਜ ਕਰਨੀ ਹੈ, ਇਹਦੇ 'ਚ ਹੁਣ ਪ੍ਰੋਫਿਟ ਨਹੀਂ ਰਹੇ ਜੀ। ਹੁਣ ਉਹ ਬੰਦਾ ਕੀ ਕਰਦਾ, ਆਪਣੀ ਲਾਈਨ ਚੇਂਜ ਕਰਦਾ। ਸੋ ਜੇਕਰ ਤੁਸੀਂ ਲੋਕ ਚਾਹਦੇ ਹੋ ਨਾ ਇਸ ਸਿਸਟਮ ਨੂੰ ਚੇਂਜ ਕੀਤਾ ਜਾਏ, ਤੇ ਇਹਨਾਂ ਦੀ ਲਾਈਨ ਚੇਂਜ ਕਰਾਣੀ ਪਏਗੀ ਤੁਹਾਨੂੰ। ਇਸ ਬਿਜ਼ਨਸ ਦੇ ਵਿੱਚੋਂ ਇਹਨਾਂ ਦਾ ਇੰਟਰਸਟ ਖਤਮ ਕਰਨਾ ਪਏਗਾ। ਫਿਰ ਇਹ ਕਹਿਣਗੇ ਯਾਰ ਤੂੰ ਬੇਕਾਰ ਸਿਸਟਮ ਹੋ ਗਿਆ, ਕਿੱਥੇ ਹੋਰ ਜਾਈਏ, ਇੱਥੇ ਪੈਸੇ ਮਿਲ। ਸੋ ਸਿਸਟਮ ਦੇ ਵਿੱਚ ਤੁਸੀਂ ਦੇਖੋਗੇ ਤੇ ਇਹੋ ਲੋਕ ਪ੍ਰਬੰਧਕ ਆ ਰਹੇ ਨੇ ਜਿਨ੍ਹਾਂ ਦੇ ਵੈਸਟਰਨ ਇੰਟਰਸਟ ਹੈਗੇ ਨੇ, ਜਾਂ ਤੇ ਉਹ ਲੋਕ ਜਿਹੜੇ ਕੁਝ ਪੈਸੇ ਨੂੰ ਕਮਾਉਣਾ ਚਾਹੁੰਦੇ ਨੇ, ਜਾਂ ਉਹ ਲੋਕ ਜਿਹੜੇ ਪਦਵੀ ਲੈਣਾ ਚਾਹੁੰਦੇ ਨੇ, ਜਾਂ ਉਹ ਲੋਕ ਜਿਹੜੇ ਇਸ ਤੋਂ ਬਾਅਦ ਅੱਗੇ ਦੀ ਇਲੈਕਸ਼ਨਾਂ ਦੇ ਵਿੱਚ ਜਾਣਾ ਚਾਹੁੰਦੇ। ਇਹ 3 ਤਰ੍ਹਾਂ ਦੇ ਲੋਕ ਗੁਰਦੁਆਰਾ ਐਕਟਿਵ ਸਿਸਟਮ ਦੇ ਵਿੱਚ ਐਕਟਿਵ ਨੇ। ਕੋਈ 2, 4, 5, 10% ਸ਼ਰੀਫ ਆਉਂਦੇ ਨੇ, ਉਹ ਵਿਚਾਰੇ ਮਨ ਮਹਿਸੂਸ ਕੇ ਰਹਿ ਜਾਂਦੇ ਨੇ, ਅੱਗੇ ਵੱਧ ਉਹ ਅੱਗੇ ਵਧ ਨਹੀਂ ਪਾਉਂਦੇ। ਮੈਂ ਕਹਿਣਾ ਚਾਹਾਂਗਾ ਕਿ ਜਦੋਂ ਕੋਈ ਸੋਚਦਾ ਵੀ ਹੈ ਨਾ ਕਿ ਇਲੈਕਸ਼ਨ ਲੜੀਏ ਤੇ ਸੇਵਾ ਕਰਨ ਲਈ ਜਿਹੜਾ ਅੱਗੇ ਆਉਣਾ ਚਾਹੁੰਦਾ, ਉਹ ਮੇਰੇ ਖਿਆਲ ਤੋਂ ਅੱਗੇ ਆ ਹੀ ਨਹੀਂ ਪਾਉਂਦਾ, ਕਿਉਂਕਿ ਉਹ ਇਹੀ ਸੋਚਦਾ ਕਿ ਸੇਵਾ ਕਰਨ ਲਈ ਜੇ ਮੈਨੂੰ ਵੋਟ ਖਰੀਦਣੀ ਪਏ ਜਾਂ ਫਿਰ ਮੈਨੂੰ ਵੋਟਾਂ ਦਾ ਸਹਾਰਾ ਲੈਣਾ ਪਏ, ਤੇ ਫਿਰ ਉਸ ਕਰਕੇ ਉਹਦਾ ਮਨ ਵੈਸੇ ਹੀ ਖਤਮ ਹੋ ਜਾਂਦਾ ਤੇ ਉਹ ਅੱਗੇ ਆਉਂਦਾ ਹੀ ਨਹੀਂ। ਦੇਖੋ ਬੇਸਿਕਲੀ ਮੇਰੇ ਵਰਗਾ ਬੰਦਾ ਵੀ ਇਲੈਕਸ਼ਨ ਨਹੀਂ ਲੜਿਆ। 1995 ਤੋਂ ਮੈਂ ਐਕਟਿਵ ਹਾਂ, ਮੇਰੀ ਹਿੰਮਤ ਨਹੀਂ ਪਈ, ਕਿਉਂਕਿ ਮੈਂ ਥੋੜਾ ਜਿਹਾ ਆਕੜੂ ਕਿਸਮ ਦਾ ਆਦਮੀ ਹਾਂ, ਅਣਖੀ ਕਿਸਮ ਦਾ ਆਦਮੀ ਹਾਂ। ਮੈਂ ਕਿਸੇ ਦੇ ਪੈਰਾਂ ਦੇ ਵਿੱਚ ਮੱਥਾ ਨਹੀਂ ਟੇਕ ਸਕਦਾ, ਕਿਉਂਕਿ ਜਦੋਂ ਇਲੈਕਸ਼ਨ ਦੇ ਦੌਰਾਨ ਜਿਹੜੇ ਮੇਰੇ ਆਲੇ ਦੁਆਲੇ ਚੱਲਣਗੇ ਨਾ, ਉਹ ਸਾਰੇ ਵੇਲੜ ਹੋਣ। ਉਹਨਾਂ ਵੇਲੜਾਂ ਨੇ ਬਾਅਦ ਚੋਂ ਮੈਨੂੰ ਕਹਿਣਾ ਤੈਨੂੰ ਤੈਨੂੰ ਅਸੀਂ ਜਿਤਾਇਆ ਸੀ, ਤੂੰ ਸਾਡਾ ਇਹ ਕੰਮ ਕਰ, ਉਹ ਕੰਮ ਕਰ। ਇਸ ਕਰਕੇ ਮੈਂ ਆਪਣੀ ਇਸੇ ਤਰੀਕੇ ਦੀ ਅਣਖ ਕਾਇਮ ਹੀ ਰੱਖੀ। ਮੈਂ ਇਲੈਕਸ਼ਨ ਸਿਸਟਮ ਵਿੱਚ ਕਦੀ ਨਹੀਂ, ਹਾਲਾਂਕਿ ਲੜਵਾਏ ਬਹੁਤ ਨੇ, ਬੜੇ ਬੰਦਿਆਂ ਨੂੰ ਟਿਕਟ ਦਿੱਤੀ, ਬੜੇ ਬੰਦਿਆਂ ਨੂੰ ਟਿਕਟ ਦਿਵਾਈ, ਪਰ ਮੈਂ ਆਪ ਨਹੀਂ ਲੜ ਪਾਇਆ। ਨਾ ਲੜਨ ਦਾ ਮੇਰਾ ਮਾਇਦਾ ਹੋਇਆ, ਕਿਉਂਕਿ ਇਸ ਸਿਸਟਮ ਦੇ ਵਿੱਚ ਜਦ ਤੱਕ ਤੁਹਾਡੇ ਕੋਲ 15, 20, 25 ਬੰਦੇ ਨਹੀਂ ਹੋਏ। ਔਰ ਵੱਡੀ ਗੱਲ ਹੋਰ ਹੈ, ਇਸ ਸਿਸਟਮ ਦੇ ਵਿੱਚ ਪਾਵਰ ਜਿਹੜੀ ਹੈ ਨਾ ਸਿਰਫ 2 ਬੰਦਿਆਂ, ਪ੍ਰੈਜ਼ੀਡੈਂਟ ਔਰ ਜਨਰਲ ਸੈਕਟਰੀ। ਤੇ ਇਹ 2 ਬੰਦਿਆਂ ਤੋਂ ਇਲਾਵਾ ਕਿਸੇ ਕੋਲ ਪਾਵਰ ਹੈ ਹੀ ਨਹੀਂ, ਇਹਨਾਂ ਦੀ ਕੋਈ ਵੁਕਤ ਹੀ ਨਹੀਂ ਹੈ। ਇਹਨਾਂ ਦੀ ਵੁਕਤ ਉਸੇ ਦਿਨ ਪੈਂਦੀ ਹੈ ਜਿਸ ਦਿਨ ਇਲੈਕਸ਼ਨ ਸਿਸਟਮ। ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਗੁਰਦੁਆਰਾ ਐਕਟ ਬਣਿਆ, ਉਸ ਤੋਂ ਬਾਅਦ ਵੋਟ ਬਣੀ, ਤਾਂ ਇਲੈਕਸ਼ਨ ਦਾ ਸਿਸਟਮ ਜਿਹੜਾ ਉਹ ਸ਼ੁਰੂ ਹੋਇਆ। ਤੇ ਇੱਕ ਗੱਲ ਇਹ ਆਉਂਦੀ ਹੈ ਕਿ ਸਿਰਫ ਦਿੱਲੀ ਤੇ ਪੰਜਾਬ ਨੂੰ ਕਿਉਂ ਚੁਣਿਆ ਗਿਆ, ਕਿਉਂਕਿ ਬਾਕੀ ਜਗ੍ਹਾ ਵੀ ਪ੍ਰਬੰਧਕ ਕਮੇਟੀ ਹੈ, ਪਰ ਉਹ ਸ਼ਾਇਦ ਇੰਨੀ ਫੇਮਸ ਨਹੀਂ ਹੈ, ਜਾਂ ਫਿਰ ਉਹਨਾਂ ਦਾ ਨਾਮ ਇੰਨਾ ਜ਼ਿਆਦਾ ਨਹੀਂ ਆਉਂਦਾ ਜਿਸ ਤਰ੍ਹਾਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਾਂ ਫਿਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਲੈਂਦੇ ਹਾਂ। ਉਹਦਾ ਕਾਰਨ ਹੈ ਪੰਜਾਬ ਦੇ ਵਿੱਚ ਸਿੱਖਾਂ ਦੀ ਬਹੁਤ ਆਬਾਦੀ ਹੈ, ਜ਼ਿਆਦਾ ਆਬਾਦੀ ਹੋਣ ਦੇ ਕਾਰਨ ਪਹਿਲੀ ਕਮੇਟੀ ਉੱਥੇ ਬਣੀ ਸੀ। ਉਸੇ ਦੀ ਤਰਜ਼ ਦੇ ਉੱਪਰ ਸਿੱਖ ਦਿੱਲੀ ਕਮੇਟੀ ਬਣੀ। ਫਿਰ ਵੱਡੀ ਗੱਲ ਇਹ ਹੁੰਦੀ ਹੈ ਕਿ ਇਹਦੇ ਵਿੱਚ ਜਿਹੜੀ ਸੈਂਟਰਲ ਗਵਰਨਮੈਂਟ ਹੈ, ਉਹਦਾ ਰੋਲ ਸੀਗਾ ਐਸਜੀਪੀਸੀ ਔਰ ਡੀਜੀਪੀਸੀ ਇਲੈਕਸ਼ਨ ਦੇ ਵਿੱਚ ਪਾਰਲੀਮੈਂਟ ਤੁਹਾਨੂੰ ਪਾਸ ਕਰਾਉਣਾ ਪੈਣਾ। ਹੁਣ ਦਿੱਲੀ ਗਵਰਨਮੈਂਟ ਦੇ ਵਿੱਚ ਵੀ ਜਦ ਤੱਕ ਤੁਹਾਡੇ ਆਪਣੇ ਲੋਕ ਨਹੀਂ ਹੋਣਗੇ ਤਦ ਤੱਕ ਤੁਸੀਂ ਇਹਦੇ ਵਿੱਚ ਬਦਲਾਅ ਨਹੀਂ ਕਰਾ ਸਕਦੇ। ਇਹ ਅਮੈਂਡਮੈਂਟ ਕਰਕੇ ਅਗਰ ਸੈਂਟਰਲ ਗਵਰਨਮੈਂਟ ਨੂੰ ਭੇਜਦੀ ਹੈ, ਤਦ ਸੈਂਟਰਲ ਗਵਰਨਮੈਂਟ ਇਸ ਇਸ਼ੂ ਨੂੰ ਚੁੱਕ ਕੇ ਉਹ ਕਿਉਂ ਚਾਹੇਗੀ? ਉਹ ਤੇ ਚਾਹ ਰਹੇ ਨੇ ਅਸੀਂ ਲੜ ਰਹੇ ਨੇ, ਨਾ ਲੜਨ ਤੋਂ ਆਪ ਕੀ ਲੋੜ ਪਈ ਹੈ। ਹਰਿਆਣਾ ਕਮੇਟੀ ਪਿਛਲੇ 3 ਸਾਲ ਪਹਿਲੇ, 4 ਸਾਲ ਪਹਿਲੇ ਜਿਹੜੀ ਹੋਂਦ ਦੇ ਵਿੱਚ ਆਈ ਸੀਗੀ,
ਕਿਉਂਕਿ ਸ਼੍ਰੋਮਣੀ ਕਮੇਟੀ ਕੋਈ ਨਹੀਂ ਚਾਹੁੰਦੀ ਕਿ ਜਿਸ ਜਗ੍ਹਾ ਦੀ ਵੀ ਗੋਲਕ ਹੈ ਲੋਕਲ ਗੁਰਦੁਆਰਿਆਂ ਦੀ, ਰਾਜਸਥਾਨ ਹੋ ਗਿਆ ਜਿੱਥੇ ਬਹੁਲ ਸਿੱਖ ਹੈਗੇ ਨੇ, ਉਹ ਉਹਨਾਂ ਕੋਲ ਆਲਰੇਡੀ ਗੋਲਕ ਆ ਰਹੀ, ਉਹ ਐਸਜੀਪੀਸੀ ਦੇ ਅੰਡਰ ਇਨਡਾਇਰੈਕਟਲੀ ਆ ਗਏ ਨੇ, ਤੇ ਉਹਨਾਂ ਨੂੰ ਕੀ ਲੋੜ ਪਈ ਹੈ ਉੱਥੇ ਕਮੇਟੀ ਬਣਾ ਕੇ ਆਪਣੇ ਲੋਕ ਪੈਰਲਲ ਖੜੇ ਕਰਨ। ਰਾਜਸਥਾਨ ਨਾਲ ਇੱਥੇ ਇਹ ਗੱਲ ਆਉਂਦੀ ਹੈ ਕਿ ਜਿਸ ਤਰ੍ਹਾਂ ਬਾਕੀ ਜਗ੍ਹਾ ਵਿੱਚ ਵੀ ਕੋਈ ਸੂਝਵਾਨ ਸਿੱਖ ਹੈ ਜਾਂ ਜਿਹੜਾ ਸੇਵਾ ਕਰਨਾ ਚਾਹੁੰਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸ਼੍ਰੋਮਣੀ ਜਮਾਤ ਹੈ, ਜੇ ਅਸੀਂ ਕਹਿੰਦੇ ਹਾਂ ਕਿ ਸਾਡੀ ਸ਼੍ਰੋਮਣੀ ਜਮਾਤ ਹੈ, ਤੇ ਬਾਕੀ ਜਗ੍ਹਾ ਦੇ ਸਿੱਖ ਕਿਉਂ ਨਹੀਂ ਉਹਦੇ ਵਿੱਚ ਹਿੱਸਾ ਲੈ ਸਕਦੇ? ਇੱਕ ਮਿੰਟ, ਮੇਰਾ ਫੋਨ ਵਿੱਚ ਕੋਈ ਆ ਰਿਹਾ ਤੇ ਹਾਂਜੀ, ਤੁਹਾਡਾ ਕੁਐਸਚਨ ਮੈਂ ਸਮਝ ਨਹੀਂ ਪਾਇਆ, ਦੁਬਾਰਾ ਬੋਲੋਗੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਕਹਿੰਦੇ ਹਾਂ ਕਿ ਸ਼੍ਰੋਮਣੀ ਜਮਾਤ ਹੈ ਸਾਡੀ, ਤੇ ਜੇ ਬਾਕੀ ਕਿਸੇ ਜਗ੍ਹਾ ਤੋਂ, ਪੰਜਾਬ ਤੋਂ ਹਟ ਕੇ ਕੋਈ ਹੋਰ ਜਗ੍ਹਾ ਤੋਂ, ਕਿਸੇ ਹੋਰ ਜਗ੍ਹਾ ਤੋਂ ਕੋਈ ਬੰਦਾ ਹੋਏ ਜਿਹਨੂੰ ਸੇਵਾ ਕਰਨੀ ਹੋਏ ਜਾਂ ਫਿਰ ਜਿਹੜਾ ਸੂਝਵਾਨ ਹੋਏ, ਉਹ ਕਿਉਂ ਨਹੀਂ ਇਹਦੇ ਵਿੱਚ ਹਿੱਸਾ ਲੈ ਸਕਦਾ? ਸਿਰਫ ਇਸ ਕਰਕੇ ਕਿ ਉਹ ਪੰਜਾਬ ਦਾ ਵਾਸੀ ਨਹੀਂ ਹੈ? ਨਹੀਂ, ਹੁਣ ਵੱਡੀ ਗੱਲ ਹੈ ਨਾ, ਤੁਸੀਂ ਸਟੇਟ ਦੇ ਵਿੱਚ ਤੁਸੀਂ ਗੱਲ ਸਮਝੇ ਨਹੀਂ, ਜਦੋਂ ਤੱਕ ਵਿਧਾਨ ਸਭਾ ਦੇ ਵਿੱਚ ਗੱਲਬਾਤ ਨਹੀਂ ਜਾਏਗੀ ਤਦ ਤੱਕ ਉੱਥੇ ਦੀ ਬਾਡੀ ਬਣ ਨਹੀਂ ਸਕਦੀ। ਇਹ ਉੱਥੇ ਦੀ ਲੋਕਲ ਜਿਹੜੀ ਐਮਐਲਏ ਦੇ ਥਰੂ ਜਿਹੜਾ ਚੀਫ ਮਿਨਿਸਟਰ ਹੋਏਗਾ ਉਹਦੇ ਥਰੂ ਇਹ ਪਾਸ ਹੋਏਗਾ, ਫਿਰ ਉਹ ਐਕਟ ਬਣੇਗਾ, ਇਸ ਐਕਟ ਦੇ ਵਿੱਚ ਜਾਣਾ। ਬੇਸਿਕਲੀ ਵੱਡੀ ਗੱਲ ਹੈ ਕਿ ਤੁਸੀਂ ਇਲੈਕਸ਼ਨ ਸਿਸਟਮ ਨੂੰ ਹੋਰ ਪ੍ਰਮੋਟ ਕਰਨਾ ਚਾਹਦੇ ਹੋ, ਤੇ ਦੇयर ਆਰ ਫਿਊ ਪੀਪਲ ਆਰ ਰੈਡੀ ਇਹਦੇ ਵਿੱਚ ਜਾ ਕੇ ਦੁਬਾਰਾ ਇਸ ਇਲੈਕਸ਼ਨ ਨੂੰ ਲੜਿਆ ਜਾਏ। ਪਰ ਇਸ ਸਿਸਟਮ ਦੇ ਵਿੱਚ ਸਾਡਾ ਨੁਕਸਾਨ ਹੀ ਹੋਇਆ। ਉਹ ਲੜਨਾ ਚਾਹੇ, ਮੈਂ ਤਾਂ ਤੁਹਾਨੂੰ ਦੱਸ ਹੀ ਰਿਹਾ ਕਿ ਅੱਜ ਦੀ ਡੇਟ ਦੇ ਵਿੱਚ ਜਿੰਨਾ ਯੰਗਸਟਰ ਹੈ ਉਹ ਡਿਫਰੈਂਟ ਐਨਜੀਓਜ਼ ਦੇ ਥਰੂ ਕੰਮ ਕਰ ਰਿਹਾ ਔਰ ਬਿਹਤਰ ਕੰਮ ਕਰ ਰਹੇ, ਔਰ ਲੋਕ ਉਹਨੂੰ ਫੰਡਿੰਗ ਵੀ ਕਰ ਰਹੇ ਨੇ, ਸਭ ਤਰੀਕੇ ਦੀ ਕਰ ਰਹੇ ਨੇ। ਪਰ ਗੁਰਦੁਆਰੇ ਦੀ ਗੋਲਕ ਦਾ ਪ੍ਰੋਪਰ ਯੂਜ਼ ਹੋਣਾ ਬਹੁਤ ਜ਼ਰੂਰੀ ਸੀਗਾ, ਔਰ ਉਹਦੇ ਵਾਸਤੇ ਸੂਝਵਾਨ ਸਿੱਖਾਂ ਦਾ ਆਣਾ ਬਹੁਤ ਜ਼ਰੂਰੀ ਸੀਗਾ। ਔਰ ਸਭ ਤੋਂ ਵੱਡੀ ਗੱਲ ਇਹ ਸੀਗੀ ਕਿ ਗੁਰਦੁਆਰਾ ਸਿਸਟਮ ਦੇ ਵਿੱਚ ਜਿਹੜੇ ਬੰਦੇ ਆਣ, ਉਹਨਾਂ ਦਾ ਕ੍ਰਾਈਟੇਰੀਆ ਕੀ ਹੋ। ਮੇਨ ਗੱਲ ਕ੍ਰਾਈਟੇਰੀਆ ਤੇ ਖੜੀ, ਬਸ ਕ੍ਰਾਈਟੇਰੀਆ ਬਣਿਆ ਤੇ ਹੋਇਆ, ਪਰ ਉਹਦੀ ਐਗਜ਼ੀਕਿਊਸ਼ਨ ਦੇ ਵਿੱਚ ਬਹੁਤ ਕਮੀਆਂ ਨੇ। ਉਹਦੇ ਵਿੱਚ ਐਗਜ਼ੀਕਿਊਟ ਕਰਾਉਣ ਦੇ ਲਈ ਜਿਹੜੀ ਗਵਰਨਮੈਂਟਸ ਹੁੰਦੀਆਂ ਨੇ ਉਹਨਾਂ ਨੂੰ ਆਪਣੇ ਬੰਦੇ ਲਗਾਉਣੇ ਪੈਂਦੇ ਨੇ, ਤੇ ਉਹ ਦੱਸਣਾ ਪੈਂਦਾ ਹੈ ਕਿ ਇਸ ਤਰੀਕੇ ਦੇ ਨਾਲ ਇਹ ਕੰਟੈਂਪਟ ਹੈਗੀ ਹੈ, ਇਹ ਗਲਤ ਕੰਮ ਕਰ ਰਿਹਾ ਹੈ। ਹੁਣ ਹੁੰਦਾ ਕੀ ਹੈ ਕਿ ਤੁਸੀਂ ਸਿੱਖਾਂ ਦੀ ਗੱਲ ਕੀਤੀ ਸੀਗੀ, ਇਹਦੇ ਵਿੱਚ ਪਤਨ ਵੀ ਵੋਟ ਪਾ ਰਹੇ ਨੇ, ਦੂਸਰੇ ਲੋਕ ਵੀ ਵੋਟ ਪਾ ਰਹੇ ਨੇ। ਇਸ ਕੰਟੈਂਪਟ ਨੂੰ ਦਿੱਲੀ ਜਿਹੜੀ ਗਵਰਨਮੈਂਟ ਹੁੰਦੀ ਹੈ, ਜਿਹੜੀ ਦਿੱਲੀ ਗਵਰਨਮੈਂਟ ਹੈ ਜਾਂ ਲੋਕਲ ਗਵਰਨਮੈਂਟ ਹੈ, ਉਹ ਇਤਨਾ ਇੰਟਰਸਟ ਨਹੀਂ ਲੈਂਦੀਆਂ, ਉਹ ਸਭ ਕੁਝ ਅਲਾਉ ਕਰ ਦਿੰਦੀਆਂ ਨੇ। ਇਸੇ ਕਰਕੇ ਸਾਰਾ ਘੋਲਮੋਲ ਹੋ ਗਿਆ, ਤੇ ਤੁਹਾਡਾ ਕੋਈ ਕ੍ਰਾਈਟੇਰੀਆ ਤੇ ਹੈ ਨਹੀਂ। ਅੱਜ ਦੀ ਡੇਟ ਦੇ ਵਿੱਚ ਰਾਤ ਨੂੰ ਬੰਦਾ, ਜਦੋਂ ਮੈਂ ਆਪ ਇਲੈਕਸ਼ਨ ਸਿਸਟਮ ਵਿੱਚ ਲੋਕ ਚੁਣਦਾ ਨੇ, ਰਾਤ ਨੂੰ ਬੰਦਾ ਆਉਂਦਾ ਸੀ ਜੀ ਇਸ ਇਲਾਕੇ ਵਾਸਤੇ ਇਹ ਬੰਦਾ ਟਿਕਟ ਮੰਗ ਰਿਹਾ ਜੀ, ਅਸੀਂ ਨਹੀਂ ਪੁੱਛਦੇ ਸੀ ਇਹਦਾ ਪਰਿਵਾਰ ਕੀ ਹੈ, ਇਹਨੂੰ ਨੌਲੇਜ ਕੀ ਹੈ, ਇਹਨੂੰ ਜਪਜੀ ਸਾਹਿਬ ਆਉਂਦਾ ਕਿ ਨਹੀਂ ਆਉਂਦਾ। ਅੱਜ ਦੇ ਪ੍ਰੈਜ਼ੀਡੈਂਟ ਨੂੰ ਤੁਸੀਂ ਪੁੱਛ ਕੇ ਦੇਖੋ ਕਿ ਭਾਈ ਸਾਹਿਬ ਜਪਜੀ ਸਾਹਿਬ ਦਾ ਪਾਠ ਕੱਲ ਤੁਸੀਂ ਸਵੇਰੇ ਕਰਨਾ, ਮੈਨੂੰ ਕਰਕੇ ਦਿਖਾ ਦਿਓ, ਤੇ ਤੁਹਾਡਾ ਕੀ ਕ੍ਰਾਈਟੇਰੀਆ ਰਹੇਗਾ? ਤੁਹਾਡਾ ਧਰਮ ਦੀ ਬੇਸ ਸੀਗੀ, ਔਰ ਧਰਮ ਦੀ ਬੇਸ ਦੇ ਵੀ ਤੁਹਾਨੂੰ ਚਾਹੀਦਾ ਸੀਗਾ ਕਿ ਤੁਸੀਂ ਕ੍ਰਾਈਟੇਰੀਆ ਮਿੱਥਦੇ, ਉਹ ਤੁਸੀਂ ਮਿੱਥਿਆ ਹੀ ਨਹੀਂ। ਤੇ ਇਸ ਇਲੈਕਸ਼ਨ ਸਿਸਟਮ ਦੇ ਥਰੂ ਅਗਰ ਤੁਸੀਂ ਦੇਖੋ ਨਾ, ਇਲੈਕਸ਼ਨ ਸਿਸਟਮ ਐਸੀ ਚੀਜ਼ ਹੈ ਜਿਹਦੇ ਵਿੱਚ ਗਧਾ, ਘੋੜਾ, ਊਂਟ, ਬੈਲ ਸਾਰੇ ਇੱਕੋ ਰਾਹ ਦੇ ਵਿੱਚ ਸਿਲੈਕਸ਼ਨ ਹੁੰਦੀ ਹੈ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਕਿਸੇ ਜੌਬ ਵਾਸਤੇ ਜਾਂਦੇ ਹੋ, ਤੁਹਾਡੇ ਕੋਲੋਂ ਪ੍ਰੋਫਾਈਲ ਪੁੱਛਿਆ ਜਾਂਦਾ, ਉਸ ਪ੍ਰੋਫਾਈਲ ਦੇ ਥਰੂ ਤੁਹਾਡੀ ਕੁਆਲੀਫਿਕੇਸ਼ਨ ਪੁੱਛੀ ਜੀ। ਇਸ ਸਿਸਟਮ ਦੇ ਵਿੱਚ ਕੋਈ ਹੈ ਹੀ ਨਹੀਂ। ਹਾਂਜੀ, ਪੂਰੀ ਦਾੜੀ ਹੋਣੀ ਚਾਹੀਦੀ ਹੈ ਜੀ, ਠੀਕ ਹੈ ਜੀ। ਹੁਣ ਅੱਜ ਦਾ ਪ੍ਰੈਜ਼ੀਡੈਂਟ, ਪਹਿਲੇ ਅੱਜ ਤੋਂ ਕੋਈ 10 ਸਾਲ ਪਹਿਲੇ ਦਾੜੀ ਕੱਟਾ ਹੁੰਦਾ ਸੀ, ਅਚਾਨਕ ਜੋ ਅਕਾਲੀ ਦਲ ਚ ਆਇਆ ਉਹਨੇ ਦਾੜੀ ਵਧਾ ਲਈ। ਯਾਨੀ ਕਹਿਣ ਦਾ ਮਤਲਬ ਹੈ ਦਾੜੀ ਵਧਾਣਾ ਔਰ ਕੇਸ ਰੱਖਣਾ ਸਿੱਖੀ ਦੀ ਇੱਕ ਕੰਡੀਸ਼ਨ ਹੋ ਗਈ, ਇਹਦੇ ਵਿੱਚ ਕੋਈ ਬਾਕੀ ਚੀਜ਼ਾਂ ਦੀ ਲੋੜ ਨਹੀਂ। ਬਾਣੀ ਦੀ ਵੀ ਤਾਂ ਲੋੜ ਹੀ ਹੈ, ਤੁਸੀਂ ਬਾਣੇ ਨੂੰ ਤਾਂ ਲੈ ਕੇ ਸਪੇਸ ਬਣਾ ਲਿਆ, ਬਾਣੀ ਵੀ ਤਾਂ ਚਾਹੀਦੀ ਹੈ, ਨੌਲੇਜ ਵੀ ਤਾਂ ਚਾਹੀਦੀ ਹੈ, ਹਿਸਟਰੀ ਵੀ ਤਾਂ ਚਾਹੀਦੀ ਹੈ, ਜਾਣਕਾਰੀ ਵੀ ਤਾਂ ਚਾਹੀਦੀ ਹੈ। ਇਸੇ ਕਰਕੇ ਉਹ ਕਦੀ ਜਦੋਂ ਸਟੇਜ ਤੇ ਹਿਸਟਰੀ ਬੋਲਦਾ ਹੈ ਤੇ ਕਦੀ ਕੋਈ ਗਲਤੀ ਕਰ ਰਿਹਾ ਹੁੰਦਾ, ਕਦੀ ਕੋਈ ਗਲਤੀ ਕਰ ਰਿਹਾ, ਕਿਉਂਕਿ ਨੌਲੇਜ ਤੇ ਹੈ ਨਹੀਂ ਜੀ। ਇਸ ਕਰਕੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਤਨੇ ਵੀ ਪ੍ਰਬੰਧਕ ਚੁਣੇ ਜਾਣ, ਉਹਨਾਂ ਦਾ ਇੱਕ ਕ੍ਰਾਈਟੇਰੀਆ ਹੋਣਾ ਚਾਹੀਦਾ ਹੈ, ਔਰ ਕ੍ਰਾਈਟੇਰੀਆ ਬਣਾਉਣ ਵਾਸਤੇ ਕੋਈ ਐਸੀ ਟੀਮ ਹੋਣੀ ਚਾਹੀਦੀ ਹੈ। ਪਰ ਟੀਮ ਕੋਈ ਹੈ ਹੀ ਨਹੀਂ, ਨਾ ਟੀਮ ਹੈ, ਨਾ ਅਕਾਲੀ ਦਲ ਇੰਟਰਸਟ ਰੱਖਦੇ ਨੇ। ਉਹ ਸਿਰਫ ਇੱਕੋ ਗੱਲ ਦੱਸਦੇ ਨੇ, ਪਤਾ ਇਹਨੇ ਪੈਸੇ ਖਰਚ ਕਰ ਸਕਦਾ ਔਰ ਇਲੈਕਸ਼ਨ ਜਿੱਤ ਸਕਦਾ। ਬਸ ਵਿਨਿੰਗ ਕੈਪੇਬਿਲਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰਾ ਕੰਮ ਜੀ। ਠੀਕ ਹੈ ਅੰਕਲ ਜੀ, ਥੈਂਕ ਯੂ ਆਪ ਜੀ ਦਾ ਸਮਾਂ ਦੇਣ ਲਈ। ਇਸ ਕੁਝ ਕੁਐਸਚਨਸ ਮੇਰੇ ਕੋਲ ਆਏ ਸੀ ਯੂਥ ਕੋਲੋਂ, ਤੇ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਸਨ। ਚਲੋ, ਮੈਨੂੰ ਵੀ ਅੱਛਾ ਲੱਗਿਆ ਜੀ, ਜਿਹੜੇ ਤੁਹਾਡੇ ਯੰਗਸਟਰਸ ਹੈਗੇ ਨੇ ਉਹਨਾਂ ਨੂੰ ਕੋਈ ਮੈਸੇਜ ਪ੍ਰੋਪਰ ਤਰੀਕੇ ਦੇ ਨਾਲ ਜਾ ਸਕੇ। ਪਰ ਇਹਦੇ ਵਿੱਚੋਂ ਵੀ ਕੋਈ ਕੁਐਸਚਨਸ ਹੋਣ ਤੇ ਤੁਸੀਂ ਦੁਬਾਰਾ ਪੁੱਛ ਸਕਦੇ। ਥੈਂਕ ਯੂ ਸੋ ਮਚ ਜੀ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।